ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ। ਉਸ ਕਚਹਿਰੀ में हम थे गए। यो सुन यह बात सो चिंतत भय। यह मौलवी है मुसलमान। कब सिखन जस करे बखान। वाहिगुरू जी का खालसा वाहिगुरू जी की फतेह। ਕਿਰਪਾ ਨਿਧਾਨ ਜੁਗੋ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤਾਂ ਬਖਸ਼ਿਸ਼ਾਂ ਦਾ ਸਦਕਾ ਗੁਰੂ ਕੇ ਪੰਥ ਦਾ ਪਾਵਨ ਗੁਰ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸੋ ਜਿਸ ਤਰ੍ਹਾਂ ਪਿਛਲੇ ਦੀਵਾਨ ਦੇ ਅੰਦਰ ਆਪਾਂ ਸਰਵਣ ਕੀਤਾ ਹੈ ਕਿ ਲੋਨੀ ਅਖਤਰ ਜੋ ਜਰਨੈਲ ਹੈ ਅੰਗਰੇਜ਼ ਦਾ, ਉਹਨੇ ਆਪਣੇ ਥੱਲੇ ਜੂਨੀਅਰ ਕਪਤਾਨ ਜਿਹਦਾ ਨਾਮ ਮਰੇ ਹੈ, ਕਦੀ ਉਹਨੂੰ ਕੋਈ ਮਰੀ ਕਹਿ ਦਿੰਦਾ, ਕੈਪਟਨ ਮਰੀ, ਕੋਈ ਕੈਪਟਨ ਮਰੇ। ਇੱਥੇ ਕਈ ਵਾਰ ਭਾਈ ਰਤਨ ਸਿੰਘ ਜੀ ਨੇ ਉਹਨੂੰ ਕੈਪਟਨ ਮਾਲੀ ਵੀ ਕਿਹਾ ਹੈ। ਸੋ ਇਸ ਕੈਪਟਨ ਨੂੰ ਕਹਿਣਾ ਕੀਤਾ ਵੀ ਇਹ ਜਿਹੜੇ ਸਿੱਖ ਨੇ ਜਿਨ੍ਹਾਂ ਨੇ ਮੁਗਲ ਰਾਜ ਖਤਮ ਕੀਤਾ ਹੈ, 22 ਸੂਬੇ ਉਹਦੇ ਖਤਮ ਕਰ ਦਿੱਤੇ, ਸਾਰਿਆਂ 'ਤੇ ਕਬਜ਼ਾ ਕਰ ਲਿਆ। ਲਾਹੌਰ, ਕਾਬਲ, ਕੰਧਾਰ, ਗਾਂ ਕਿੱਥੋਂ ਤੱਕ ਇਹਨਾਂ ਨੇ ਜਾ ਕਰਕੇ ਆਪਣੇ ਝੰਡੇ ਗੱਡੇ ਨੇ। ਏਡਾ ਵੱਡਾ ਰਾਜ ਭਾਗ ਮੁਗਲੀਆ ਸਲਤਨਤ ਇਹ ਕਿਵੇਂ ਖਤਮ ਹੋ ਗਈ, ਇਹਦੇ ਬਾਰੇ ਜੋ ਆਪਾਂ ਵਿਚਾਰ ਕਰਨੀ ਹੈ, ਚਰਚਾ ਕਰਨੀ ਹੈ। ਇਹ ਵੇਖਣਾ ਕਰ ਵੀ ਇਹਨਾਂ ਨੇ ਏਡਾ ਵੱਡਾ ਰਾਜ ਭਾਗ ਕਿਵੇਂ ਕਾਇਮ ਕਰ ਲਿਆ। ਸੋ ਕੈਪਟਨ ਮਰੀ ਕਹਿਣ ਲੱਗਾ ਕਿ ਜਿਵੇਂ ਆਪ ਜੀ ਨੂੰ ਬਾਦਸ਼ਾਹ ਨੇ ਲਿਖਾਇਆ ਉੱਦਾਂ ਭੇਜ ਦਿਓ ਪਿੱਛੇ ਲੰਡਨ ਸਰਕਾਰ ਨੂੰ। ਅਤੇ ਜਿਹੜਾ ਅਖਤਰ ਲੋਨੀ ਜਰਨੈਲ ਸੀ ਕਹਿਣ ਲੱਗਾ ਵੀ ਇਉਂ ਨਹੀਂ ਲਿਖਿਆਗਾ ਮੈਂ, ਜੋ ਸੱਚ ਹੋਵੇ ਸੱਚ ਬਿਆਨ ਕਰਕੇ ਪਿੱਛੇ ਵਾਪਸ ਭੇਜਣਾ। ਕੈਪਟਨ ਮਰੀ ਦੀ ਡਿਊਟੀ ਲਾਈ। ਉਸਨੇ ਆਪਣੀ ਕਚਹਿਰੀ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਰਹਿਣ ਵਾਲਾ ਬਜ਼ੁਰਗ ਮੌਲਵੀ ਬੂਟਾ ਸ਼ਾਹ, ਉਹਦੀ ਪੜਤਾਲ ਕੀਤੀ। ਲੋਕਾਂ ਨੇ ਉਹਦੇ ਬਾਰੇ ਦੱਸਿਆ ਵੀ ਉਹ ਵਿਦਵਾਨ ਹੈ, ਚੰਗਾ ਖੋਜ ਕੇ ਤੁਹਾਨੂੰ ਲਿਖ ਕਰਕੇ ਦੇਵੇਗਾ। ਉਸ ਨੂੰ ਦੱਸਣਾ ਕੀਤਾ ਵੀ ਜਿਹੜੇ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜਾਂ ਇਹ ਕਿਵੇਂ ਮੁਗਲੀਆ ਹਕੂਮਤ ਗਈ, ਕੀ ਬਣਿਆ, ਉਹ ਸਾਰਾ ਖੁੱਲ੍ਹ ਕਰਕੇ ਸਾਨੂੰ ਲਿਖ ਕੇ ਦੇਣਾ ਕਰ। ਸੋ ਭਾਈ ਰਤਨ ਸਿੰਘ ਜੀ ਭੰਗੂ ਇਹ ਕਹਿਣ ਲੱਗੇ ਵੀ ਉਸ ਵਕਤ ਅਸੀਂ ਵੀ ਕਚਹਿਰੀ 'ਚ ਕਿਸੇ ਕੰਮ ਕਰ ਗਏ ਹੋਏ ਸਾਂ। ਸੋ ਇਹਨਾਂ ਦਾ ਜਿਹੜਾ ਜੱਦੀ ਨਗਰ ਹੈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ, ਜਦੋਂ ਆਪਾਂ ਅੱਗੇ ਅੰਮ੍ਰਿਤਸਰ ਤੋਂ ਏਅਰਪੋਰਟ ਰੋਡ ਨੂੰ ਨਿਕਲਦੇ ਹਾਂ, ਅਜਨਾਲਾ ਸਾਈਡ ਨੂੰ ਜਾਂਦੇ ਹਾਂ ਅਤੇ ਮੀਰਾਂਕੋਟ ਨਗਰ ਆ ਜਾਂਦਾ ਹੈ। ਸੋ ਉਸ ਨਗਰ ਦੇ ਸਨ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸੀ, ਭਾਈ ਰਾਏ ਸਿੰਘ ਦੇ ਪੁੱਤਰ ਸਨ
ਭਾਈ ਰਤਨ ਸਿੰਘ ਜੀ ਭੰਗੂ। ਪਰ ਜਦੋਂ ਵਿਦਵਾਨਾਂ ਨੂੰ ਪੜ੍ਹੀਏ, ਵਿਦਵਾਨਾਂ ਦੀ ਵਿਚਾਰ ਸੁਣੀਏ, ਪੁਰਾਤਨ ਗ੍ਰੰਥ ਕਿਤਾਬਾਂ ਨੂੰ ਧਿਆਨ ਨਾਲ ਪੜ੍ਹਦੇ ਹਾਂ, ਉਹਨਾਂ ਵਿੱਚ ਇਹ ਜ਼ਿਕਰ ਆਉਂਦਾ ਹੈ ਵੀ ਭਾਈ ਰਾਏ ਸਿੰਘ ਇੱਕ ਜੁਝਾਰੂ ਪਰਿਵਾਰ ਅਤੇ ਜਿੰਦਾ ਸ਼ਹੀਦ ਦਾ ਖਿਤਾਬ ਸੀ ਉਹਨਾਂ ਦੇ ਕੋਲ। ਜਦੋਂ ਭਾਈ ਨੱਥੇ ਚੌਧਰੀ ਦੇ ਨਾਲ ਜੰਗ ਹੁੰਦਿਆਂ ਫੱਟ ਵੱਜ ਗਿਆ ਸੀ, ਮਸਾਂ ਹੀ ਬਚੇ ਸਨ, ਇਸ ਕਰਕੇ ਪੰਥ ਉਹਨਾਂ ਨੂੰ ਜਿੰਦਾ ਸ਼ਹੀਦ ਕਹਿੰਦਾ ਸੀ। ਸੋ ਇਤਿਹਾਸ 'ਚ ਵੀ ਜ਼ਿਕਰ ਆਇਆ ਕਿਤੇ ਸਰਦਾਰ ਸ਼ਾਮ ਸਿੰਘ ਨਾਰੋਵਾਲ, ਪਰ ਇਸ ਤਰ੍ਹਾਂ ਵੀ ਜ਼ਿਕਰ ਆਇਆ ਵੀ ਸਰਦਾਰ ਸ਼ਾਮ ਸਿੰਘ ਨਾਰਲਾ। ਇਹਨਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਕੀਤਾ ਸੀ ਭਾਈ ਰਾਏ ਸਿੰਘ ਦੇ ਨਾਲ, ਅਤੇ ਆਪ ਹੀ ਬਾਬਾ ਸ਼ਾਮ ਸਿੰਘ ਜੀ ਬੜੇ ਜੁਝਾਰੂ ਯੋਧੇ ਸਨ, ਸੂਰਮੇ ਸਨ। ਵੱਡੇ ਵੱਡੇ ਪਠਾਨ ਜਿਹੜੇ 2 ਸੱਪੇ ਸੀ, 2 ਘੋੜਿਆਂ ਦੇ ਸਵਾਰੀ ਕਰਨ ਵਾਲੇ, ਉਹਨਾਂ ਨੂੰ ਵੀ ਦਰਖਤਾਂ ਨਾਲ ਉਹਨਾਂ ਦਾ ਸਿਰ ਮਾਰ ਮਾਰ ਕੇ ਮਾਰਨ ਦੀ ਸਮਰੱਥਾ ਰੱਖਦੇ ਸੀ। ਐਡੇ ਜੁਝਾਰੂ ਜਰਨੈਲ ਸਨ। ਸੋ ਉਹਨਾਂ ਨੇ ਸੋਚਿਆ ਵੀ ਇੱਥੇ ਮੇਰੇ ਜਿਹੜਾ ਦਮਾਦ ਹੈ ਭਾਈ ਰਾਏ ਸਿੰਘ, ਇਹਦਾ ਵੈਰ ਵੀ ਹੈ ਰੰਗੜਾਂ ਦੇ ਨਾਲ। ਸੋ ਬਾਬਾ ਸ਼ਾਮ ਸਿੰਘ ਜੀ ਉਹਨਾਂ ਦੀ ਆਪਣੀ ਮਿਸਲ ਸੀ, ਆਪਣੇ ਉਹਨਾਂ ਦੇ ਨਗਰਾਂ ਅਤੇ ਇਲਾਕਿਆਂ 'ਤੇ ਕਬਜ਼ੇ ਕੀਤੇ ਹੋਏ ਸਨ। ਸੋ ਕਿਵੇਂ ਪੁਰਾਤਨ ਇਤਿਹਾਸ ਆਪਾਂ ਪੜ੍ਹਦੇ ਹਾਂ, ਕੋਈ ਨਾ ਕੋਈ ਚੀਜ਼ ਨਿਹੰਗ ਸਿੰਘਾਂ ਨੇ ਕਿਤੇ ਨਾ ਕਿਤੇ ਪੜ੍ਹਾ ਕੀਤਿਆਂ ਛੱਡ ਜਾਣੀ ਅਤੇ ਕਹਿਣਾ ਨਗਰ ਸਾਡਾ ਹੋ ਗਿਆ, ਅਗਲੀ ਵਾਰੀ ਫਿਰ ਇੱਥੇ ਪੜ੍ਹਾ ਲਾਵਾਂਗੇ। ਸੋ ਚਾਹੇ ਕਿਤੇ ਲੋਹ ਦੀਆਂ ਹੀ 4 ਇੱਟਾਂ ਗੱਡੀਆਂ ਛੱਡ ਗਏ ਅਤੇ ਉਹਨਾਂ ਨੂੰ ਵੀ ਕੋਈ ਢਾਉਂਦਾ ਨਹੀਂ ਸੀ, ਕੋਈ ਚੁੱਕਦਾ ਨਹੀਂ ਸੀ ਹੁੰਦਾ ਵੀ ਇਹ ਨਿਹੰਗ ਸਿੰਘਾਂ ਨੇ ਚੁੱਲ੍ਹਾ ਬਣਾਇਆ। ਸਮਝ ਲਓ ਵੀ ਉਹ ਪਿੰਡ ਦੇ ਵਿੱਚ ਗ੍ਰਾਹੀ ਕਰਨੀ, ਉਹ ਪਿੰਡ ਦੱਸਿਆ ਜਾਂਦਾ ਸੀ ਵੀ ਫਲਾਨੀ ਸੰਪਰਦਾ ਦੇ ਕੋਲ ਜਾਂ ਫਲਾਨੀ ਮਿਸਲ ਦੇ ਕੋਲ ਹੈ। ਇਉਂ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਮਹਾਂਪੁਰਸ਼, ਉਹਨਾਂ ਨੇ ਮਾਲਵੇ ਦੇ ਵਿੱਚ, ਇੱਧਰ ਲੁਧਿਆਣੇ ਲਾਗੇ ਵੀ, ਖੰਨੇ ਦੇ ਲਾਗੇ ਸੋ ਨਗਰ ਸੀ। ਇੱਥੇ ਪੰਜ ਪਿੰਡ ਜਿਹੜੇ ਸੀ ਉਹਨਾਂ ਨੇ ਇੱਥੇ, ਉਹਨਾਂ 'ਤੇ ਉਹਨਾਂ ਦਾ ਕਬਜ਼ਾ ਸੀ। ਭਾਈ ਰਤਨ ਸਿੰਘ ਦਾ ਜਨਮ ਭੜੀ ਨਗਰ ਦੇ ਵਿੱਚ ਹੋਇਆ। ਇੱਥੇ ਉਸ ਵਕਤ ਸਰਦਾਰ ਰਾਏ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਦੀ ਪੁੱਤਰੀ ਭਾਈ ਰਾਏ ਸਿੰਘ ਦੀ ਸਿੰਘਣੀ ਇੱਥੇ ਆ ਗਏ ਸਨ। ਸੋ ਕਦੇ ਉਹਨਾਂ ਮਾਝੇ ਵਿੱਚ ਚਲੇ ਜਾਣਾ, ਉੱਥੇ ਵੀ 5 ਪਿੰਡਾਂ ਨੂੰ ਦੇਣਾ ਕੀਤਾ ਸੀ ਬਾਬਾ ਸ਼ਾਮ ਸਿੰਘ ਨਾਰਲੇ ਵਾਲਿਆਂ ਨੇ। ਇਹ ਨਾਰਲਾ ਨਗਰ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਤੋਂ ਖੇਮਕਰਨ ਨੂੰ ਜਾਂਦੇ ਹਾਂ, ਰਸਤੇ ਵਿੱਚ ਇੱਕ ਭਿੱਖੀਵਿੰਡ ਕਸਬਾ ਆਉਂਦਾ, ਉੱਥੋਂ ਥੋੜ੍ਹਾ ਜਿਹਾ ਸੱਜੇ ਹੱਥ ਨੂੰ ਹੋਈਏ ਅਤੇ ਭਾਈ ਜਸਵੰਤ ਸਿੰਘ ਦਾ ਨਗਰ ਖਾਲੜਾ, ਉਸ ਖਾਲੜੇ ਨਗਰ ਤੋਂ ਪਿਛਾਂਹ ਹੀ ਸੱਜੇ ਹੱਥ ਨੂੰ ਬਾਰਡਰ ਵਾਲੀ ਸਾਈਡ ਨੂੰ, ਪਾਕਿਸਤਾਨ ਵਾਲੀ ਤਰਫ ਨੂੰ ਇਹ ਨਾਰਲਾ ਅਤੇ ਨਾਰਲੀ 2 ਪਿੰਡ ਨੇ। ਉੱਥੋਂ ਦੇ ਸਨ ਸਰਦਾਰ ਸ਼ਾਮ ਸਿੰਘ ਜੀ ਨਾਰਲਾ। ਸੋ ਇਹ ਭੜੀ ਨਗਰ ਦੀ ਜਿਹੜੀ ਕਚਹਿਰੀ ਹੈ, ਜਿਹੜਾ ਇਹਨੂੰ ਕਮਿਸ਼ਨਰ ਪੈਂਦਾ ਸੀ, DC, ਉਹ ਸੀ ਲੁਧਿਆਣਾ। ਅਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਉਸ ਵਕਤ ਅਸੀਂ ਕਚਹਿਰੀ ਦੇ ਵਿੱਚ ਕਿਸੇ ਕੰਮ ਕਾਰ ਗਏ ਹੋਏ ਸਾਂ, ਸੁਣ ਜਾਏ ਬਾਤ ਸੋ ਚਿੰਤਤ ਪਏ। ਉੱਥੇ ਜਦੋਂ ਅਸੀਂ ਸੁਣਿਆ ਨਾ ਵੀ ਬੂਟੇ ਸ਼ਾਹ ਮੌਲਵੀ ਨੂੰ ਬੁਲਾ ਕੇ ਅਤੇ ਅੰਗਰੇਜ਼ ਕਹਿੰਦਾ ਹੈ ਵੀ ਸਿੰਘਾਂ ਦੇ ਉਤਪਤੀ ਕਿਵੇਂ ਹੋਈ, ਸਿੰਘ ਕਿਵੇਂ ਪੈਦਾ ਹੋਏ, ਇਹਨਾਂ ਕੋਲ ਰਾਜ ਭਾਗ ਕਿਵੇਂ ਆਇਆ, ਇਤਿਹਾਸ ਲਿਖੋ। ਇਹ ਸੁਣ ਕਰਕੇ ਅਤੇ ਅਸੀਂ ਭਾਈ ਰਤਨ ਸਿੰਘ ਜੀ ਕਹਿੰਦੇ ਚਿੰਤਾ ਦੇ ਸਹਿਤ ਹੋ ਗਏ ਵੀ ਇਹ ਕਦੇ ਵਾਸਤੇ ਵੀ ਸਾਡੇ ਹੱਕ 'ਚ ਨਹੀਂ ਲਿਖੇਗਾ। ਜਿਨ੍ਹਾਂ ਕੋਲੋਂ ਅਸੀਂ ਰਾਜ ਭਾਗ ਖੋਹਿਆ ਹੈ ਉਹ ਸਾਡਾ ਸ਼ਰੀਕ ਹੋ ਗਿਆ, ਉਹ ਸਾਡੀ ਹੱਕ ਦੀ ਗੱਲ ਕਦੇ ਵੀ ਨਹੀਂ ਕਰੇਗਾ, ਸਾਡੀ ਕਦੇ ਵਾਸਤੇ ਵੀ ਸੱਚਾਈ ਨਹੀਂ ਬਿਆਨ ਕਰੇਗਾ। ਇਹ ਸੁਣ ਕਰਕੇ ਚਿੰਤਾ ਦੇ ਸਹਿਤ ਹੋਏ ਸਾਂ। यह मौलवी है मुसलमान, ये मौलवी ਤਾਂ ਮੁਸਲਮਾਨ ਹੈ। ਕਬ ਸਿੱਖਣ ਜਸ ਕਰੇ ਬਖਾਨ, ਕਦੇ ਕਿਵੇਂ ਸਿੱਖਾਂ ਦਾ ਜਸ ਕਰੇਗਾ ਵੀ ਸਿੱਖ ਬੜੇ ਬਹਾਦਰ ਕੌਮ ਹੈ, ਬੜੇ ਸੂਰਬੀਰ ਕੌਮ ਹੈ। ਕਰ ਗੋਸ਼ਟ ਹਮ ਮਰੀ ਸਮਝਾਇਓ। ਫਿਰ ਉਸ ਵਕਤ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਾ ਕਰਕੇ ਨਾ ਅਤੇ ਮੁਲਾਕਾਤ ਕੀਤੀ ਉਸ ਮਰੀ ਕੈਪਟਨ ਦੇ ਨਾਲ, ਅਤੇ ਮਰੇ ਕੈਪਟਨ ਨੂੰ ਮੁਲਾਕਾਤ ਕਰਕੇ ਮੈਂ ਸਮਝਾਉਣਾ ਕੀਤਾ। ਉਸਕਾ ਲਿਖਿਆ ਹਮੇ ਦਿਖਾਇਓ, ਕਹਿਣ ਲੱਗੇ ਜੋ ਤੁਸੀਂ ਬੂਟੇ ਸ਼ਾਹ ਦੇ ਕੋਲੋਂ ਲਿਖਵਾਉਣ ਲੱਗੇ ਨਾ, ਉਹ ਜਦੋਂ ਤੁਹਾਨੂੰ ਲਿਖ ਕੇ ਦੇਵੇਗਾ ਅਤੇ ਉਦੋਂ ਸਾਨੂੰ ਵਿਖਾ ਦੇਣਾ ਕਰਿਓ, ਸਾਨੂੰ ਪੜ੍ਹਾ ਦਿਓ ਸਾਡਾ ਇਤਿਹਾਸ। ਉਸ ਕੀ ਦੇਖ ਹਮ ਬਾਤ ਉਚਾਰੀ, ਉਹਦੀ ਲਿਖੀ ਹੋਈ ਗੱਲ ਨੂੰ ਵੇਖ ਕਰਕੇ ਅਤੇ ਫਿਰ ਅਸੀਂ ਤੁਹਾਨੂੰ ਸੱਚ ਦੱਸਣਾ ਕਰਾਂਗੇ। ਇਨ ਗੱਲ ਖਾਲਸੇ ਕਹੀ ਨਾ ਸਾਰੀ, ਅਤੇ ਜਦੋਂ ਉਹਦੀ ਲਿਖੀ ਹੋਈ ਗੱਲ ਨੂੰ ਫਿਰ ਕੁਝ ਸਮਾਂ ਪਾ ਕਰਕੇ
ਅਤੇ ਕੈਪਟਨ ਮਰੇ ਨੇ ਵਿਖਾਉਣਾ ਕੀਤਾ ਭਾਈ ਰਤਨ ਸਿੰਘ ਜੀ ਨੂੰ। ਅਤੇ ਉਹਨਾਂ ਜਦੋਂ ਉਸ ਮੌਲਵੀ ਦੀ ਲਿਖੀ ਹੋਈ ਗੱਲ ਨੂੰ, ਵਾਰਤਾ ਨੂੰ ਪੜ੍ਹਿਆ, ਅਤੇ ਉਹ ਗੱਲ ਭਾਈ ਸਾਹਿਬ ਜੀ ਕਹਿੰਦੇ ਸੱਚ ਹੀ ਹੋਈ। ਉਹਨੇ ਖਾਲਸੇ ਬਾਰੇ ਕੋਈ ਬਹੁਤੀ ਮਿੱਥਿਆ ਲਿਖੀ ਨਾ। ਉਹਨੇ ਜਿੱਦਾਂ ਹੁਣ ਆਪਾਂ ਨੂੰ ਕਹਿੰਦੇ ਨਾ ਵੀ ਜਰਾਇਮ ਪੇਸ਼ਾ ਕੌਮ, ਇੱਦਾਂ ਦੇ ਉਹਨੇ ਊਤ ਪਤੰਗ ਹੀ ਲਿਖ ਕਰਕੇ ਦਿੱਤੇ ਹੋਏ ਸੀ, ਝੂਠ ਸੱਚ ਹੀ। ਦੋਹਰਾ ਸੋ ਮਰੀ ਹਮਰਾ ਮਿਤ ਭਇਓ, ਮੋਹੇ ਫਿਰ ਕਹਿਓ ਬਲਵਾਏ। ਫਿਰ ਉਹਨੂੰ ਮੈਂ ਕਹਿਣਾ ਕੀਤਾ ਵੀ ਇਹ ਸਾਰੀ ਸੱਚ ਗੱਲ ਨਹੀਂ ਇਹਨੇ ਲਿਖੀ ਸਾਡੇ ਬਾਰੇ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਅਸੀਂ ਉਹਨੂੰ ਕਹਿਣਾ ਕੀਤਾ ਵੀ ਇਹ ਸੱਚਾਈ ਨਹੀਂ ਹੈ। ਉਹ ਕਹਿੰਦੇ ਫਿਰ ਜਦੋਂ ਉਹਨੇ ਸਾਡੇ ਨਾਲ ਵਿਚਾਰਾਂ ਕੀਤੀਆਂ, ਉਹ ਸਾਡਾ ਮਿੱਤਰ ਬਣ ਗਿਆ। ਫਿਰ ਉਹਨੇ ਕਹਿ ਕੇ ਸਾਨੂੰ ਆਪਣੇ ਕੋਲ ਬੁਲਾਉਣਾ ਕੀਤਾ। ਜੇ ਮੁਤ ਪਤ ਭਈ ਖਾਲਸਾ ਤੇ ਦੇਹੋ ਲਿਖਾਏ, ਕਹਿਣ ਲੱਗਾ। ਫਿਰ ਉਹ ਕੈਪਟਨ ਅੰਗਰੇਜ਼ ਕਹਿੰਦਾ ਵੀ ਜਿਵੇਂ ਤੁਸੀਂ ਜਾਣਦੇ ਹੋ ਖਾਲਸੇ ਬਾਰੇ, ਤੁਸੀਂ ਵੀ ਲਿਖ ਕੇ ਦੇ ਦਿਓ। ਚੌਪਈ ਤੌ ਮੈਂ ਕਹੀ ਸੁਣ ਮਰੀ ਕਪਤਾਨ। ਫਿਰ ਭਾਈ ਸਾਹਿਬ ਕਹਿੰਦੇ ਮੈਂ ਕਹਿਣਾ ਕੀਤਾ ਵੀ ਹੇ ਕੈਪਟਨ, ਤੁਸੀਂ ਸਰਕਾਰ ਹੋ ਇਸ ਵਕਤ, ਤੁਸੀਂ ਮੇਰੀ ਗੱਲ ਸੁਣਨਾ ਕਰੋ। ਤੁਮ ਪਤੀਜਤ ਹੋਏ ਮੁਸਲਮਾਨ, ਤੁਸੀਂ ਤਾਂ ਭਰੋਸਾ ਮੁਸਲਮਾਨ 'ਤੇ ਕੀਤਾ, ਬੂਟੇ ਸ਼ਾਹ ਮੌਲਵੀ 'ਤੇ। ਇੱਕ ਤੁਹਾਨੂੰ ਬਾਦਸ਼ਾਹ ਨੇ ਸਾਡੇ ਬਾਰੇ ਇਤਿਹਾਸ ਗਲਤ ਲਿਖਿਆ। ਪਤਾ ਨਹੀਂ ਹੁਣ ਤੁਸੀਂ ਸਾਡੀ ਗੱਲ 'ਤੇ ਯਕੀਨ ਕਰੋ ਜਾਂ ਨਾ ਕਰੋ, ਅਸੀਂ ਕੀ ਤੁਹਾਨੂੰ ਸੱਚ ਦੱਸਣਾ ਕਰੀਏ। ਤੁਰਕਨ ਹਿੰਦੂਆਂ ਨਾਲ ਬੈਰ ਹੈ ਆਦ। ਕਹਿੰਦੇ ਮੈਂ ਤਾਂ ਸਿੱਧਾ ਹੀ ਕਹਿਣਾ ਕੀਤਾ ਵੀ ਤੁਰਕਾਂ ਦਾ ਅਤੇ ਹਿੰਦੂਆਂ ਦਾ ਇਹ ਅੱਜ ਤੋਂ ਨਹੀਂ, ਇਹ ਸ਼ੁਰੂ ਤੋਂ ਲੈ ਕਰਕੇ ਸਾਡਾ ਵੈਰ ਤੁਰਿਆ ਆ ਰਿਹਾ ਹੈ। ਇਹ ਤਾਂ ਕਦੇ ਵਾਸਤੇ ਵੀ ਅਸੀਂ ਇਕੱਠੇ ਨਹੀਂ ਹੋ ਸਕਦੇ। ਅਤੇ ਜਿਹੜਾ ਸ਼ਰੀਕ ਹੈ, ਸ਼ਰੀਕ ਕਦੇ ਵਾਸਤੇ ਇੱਕ ਦੂਜੇ ਦੀ ਸਿਫਤ ਨਹੀਂ ਲਿਖਦਾ, ਉਹਦੀਆਂ ਚੰਗਿਆਈਆਂ ਨਹੀਂ ਦੱਸਦਾ ਹੁੰਦਾ ਜਿਹੜਾ ਵੈਰੀ ਹੋਵੇ। ਖਾ ਖਹੀ ਕਰ ਰੱਖੇ ਬਾਦ, ਆਪਸੀ ਸਾਡਾ ਬਾਦ ਵਿਵਾਦ ਚੱਲ ਰਿਹਾ ਹੈ। ਸੋ ਜਿੱਥੇ ਸਾਨੂੰ ਕੋਈ ਮੌਕਾ ਮਿਲਦਾ, ਚਾਹੇ ਉਹਨਾਂ ਨੂੰ ਕੋਈ ਸਾਨੂੰ, ਸਾਡਾ ਉੱਥੇ ਜੰਗ ਫਸਾਦ ਹੋ ਹੀ ਜਾਂਦਾ ਹੈ। ਇਸ ਕਰਕੇ ਸਾਡੇ ਇਹਨਾਂ ਨੂੰ ਕੋਈ ਸਮਝੌਤੇ ਨਹੀਂ ਵੀ ਇਹ ਸਾਡੀ ਸਿਫਤ ਲਿਖਣਗੇ। ਹਿੰਦੂਆਂ ਦੀ ਤੁਰਕ ਖੋਟੀ ਕਹੇ, ਇਵੇਂ ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਹਿੰਦੂਆਂ ਦੇ ਨਾਲ ਨਹੀਂ ਨਾ ਇਹਨਾਂ ਦੀ ਬਣਦੀ, ਸ਼ੁਰੂ ਤੋਂ ਲੈ ਕੇ ਉਹਨਾਂ ਦੇ ਬਾਰੇ ਖੋਟੀਆਂ ਗੱਲਾਂ ਹੀ ਕਰਦੇ। ਅਤੇ ਸਿੱਖਾਂ ਦੇ ਨਾਲ ਵੀ ਇਹਨਾਂ ਦਾ ਬਹੁਤਾ ਜ਼ਿਆਦਾ ਕੋਈ ਤਾਲਮੇਲ, ਕੋਈ ਮੇਲ ਮਿਲਾਪ ਨਹੀਂ ਹੈ। ਹਿੰਦੂ ਤੁਰਕਨ ਨਿੰਦਤ ਰਹੇ, ਇਹ ਜਿਹੜੀਆਂ ਦੋਵੇਂ ਕੌਮਾਂ ਨੇ ਇਹ ਤਾਂ ਇੱਕ ਦੂਜੇ ਨੂੰ ਨਿੰਦਦੇ ਹੀ ਰਹਿੰਦੇ ਆ, ਹਿੰਦੂ ਅਤੇ ਤੁਰਕ। ਅਤੇ ਜਿਹੜੇ ਸਿੱਖ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਚਲਾਏ ਹੋਏ ਪੰਥ ਦੇ ਸਿੰਘ, ਧੰਨ ਕਲਗੀਧਰ, ਗਰੀਬ ਨਵਾਜ ਪਾਤਸ਼ਾਹ ਦਾ ਖਾਲਸਾ, ਇਹ ਨਿੰਦਿਆ ਵਾਲੇ ਪਾਸੇ ਨਹੀਂ ਆਉਂਦਾ। ਇਹ ਤਾਂ ਫਿਰ ਜਾਂ ਆਪ ਦਾ ਸਿਰ ਹੈ ਨਹੀਂ ਜਾਂ ਅਗਲੇ ਦਾ ਹੈ ਨਹੀਂ। ਸਾਡੇ ਕੋਲ ਤਾਂ ਕੈਪਟਨ ਸਾਹਿਬ ਆਹ ਕੁਛ ਹੈ। ਤਬ ਮਾਲੀ ਕਪਤਾਨ ਬਖਾਨੀ। ਫਿਰ ਉਸ ਵਕਤ ਜਿਹੜਾ ਕੈਪਟਨ ਮਰੇ ਸੀ, ਉਹ ਕਹਿਣ ਲੱਗਾ ਕਿ ਸੁਣੋ ਭਾਈ ਸਾਹਿਬ ਜੀ, ਮੇਰੀ ਬੇਨਤੀ ਤੁਸੀਂ ਸੁਣਨਾ ਕਰੋ। ਹਮ ਅੰਗਰੇਜ਼ ਹੈ ਚਤੁਰ ਗਿਆਨੀ। ਕਹਿਣ ਲੱਗੇ ਅਸੀਂ ਨਾ ਅੰਗਰੇਜ਼ ਲੋਕ ਹਾਂ, ਅਸੀਂ ਬੜੇ ਸਿਆਣੇ ਹਾਂ, ਸੂਝਵਾਨ ਹਾਂ, ਸਮਝ ਰੱਖਦੇ ਹਾਂ। ਸਾਨੂੰ ਪਤਾ ਹੈ ਵੀ ਕਿਵੇਂ ਕੋਈ ਝੂਠ ਲਿਖਦਾ ਹੈ, ਕਿਵੇਂ ਕਿਸੇ ਦਾ ਵੈਰ ਵੰਡ ਹੈ, ਕਿਵੇਂ ਕਿਸੇ ਨੂੰ ਕੋਈ ਸੱਚ ਨਹੀਂ ਬਿਆਨ ਕਰੇਗਾ। ਇਹ ਸਾਨੂੰ ਪੂਰੀ ਜਾਣਕਾਰੀ ਹੈ ਵੀ ਦੁਸ਼ਮਣ ਕਦੀ ਵੀ ਦੁਸ਼ਮਣ ਦੀ ਚੰਗੀ ਗੱਲ ਨਹੀਂ ਲਿਖਦਾ। ਸਾਚ ਝੂਠ ਹਮ ਖੂਬ ਵਿਚਾਰੇ। ਇਸ ਕਰਕੇ ਬੂਟੇ ਸ਼ਾਹ ਮੌਲਵੀ ਨੇ ਜੋ ਲਿਖਿਆ ਉਹ ਵੀ ਇੱਕ ਪਾਸੇ ਰੱਖ ਦਿਓ, ਅਤੇ ਤੁਸੀਂ ਵੀ ਲਿਖੋ ਜਿਹੜਾ ਸੱਚ ਅਤੇ ਝੂਠ ਆ ਉਹਦਾ ਨਿਰਣਾ ਅਸੀਂ ਚੰਗੀ ਤਰ੍ਹਾਂ ਕਰ ਲਵਾਂਗੇ। ਉਹ ਵਿਚਾਰ ਕਰਨੀ ਸਾਡੀ ਜ਼ਿੰਮੇਵਾਰੀ ਹੈ। ਦੁੱਧ ਨੀਰ ਜਿਵੇਂ ਹੰਸ ਨਿਹਾਰੀਏ। ਕਹਿਣ ਲੱਗੇ ਜਿਵੇਂ ਹੰਸ ਦੁੱਧ ਦੇ ਵਿੱਚ ਚੁੰਝ ਮਾਰਦਾ ਅਤੇ ਦੁੱਧ ਅਤੇ ਪਾਣੀ ਵੱਖੋ ਵੱਖਰਾ ਕਰ ਦਿੰਦਾ, ਇਵੇਂ ਅਸੀਂ ਜਦੋਂ ਤੁਹਾਡੇ ਲਿਖੇ ਹੋਏ ਦੇ ਵਿੱਚ ਇਤਿਹਾਸ 'ਚ ਚੁੰਝ ਮਾਰਾਂਗੇ ਨਾ, ਅਸੀਂ ਆਪਣੇ ਆਪ ਹੀ ਵਿੱਚੋਂ ਸੱਚ ਜਿਹੜਾ ਉਹਨੂੰ ਕੱਢ ਲੈਣਾ ਹੈ। ਸੋ ਸੱਚ ਨੂੰ ਪ੍ਰਗਟ ਕਰਕੇ ਅਸੀਂ ਰੱਖਾਂਗੇ। ਬੇਸ਼ੱਕ ਲਿਖਾਵੋ ਸੱਚ ਹਮ ਪਾਏ। ਭਾਵੇਂ ਸਾਡੇ ਸਾਹਮਣੇ ਕੋਈ ਬੇਸ਼ੱਕ ਬੂਟੇ ਸ਼ਾਹ ਮੌਲਵੀ ਸੱਚੀ ਗੱਲ ਹੀ ਕਿਉਂ ਨਾ ਲਿਖੇ, ਅਤੇ ਅਸੀਂ ਉਹਦੀ ਵੀ ਵਿਚਾਰ ਕਰਾਂਗੇ, ਉਹਦੀ ਘੋਖ ਪੜਤਾਲ ਪੂਰੀ ਕਰਾਂਗੇ। ਅੱਖਾਂ ਮੀਟ ਕੇ ਵਿਸ਼ਵਾਸ ਨਹੀਂ ਕਰਾਂਗੇ। ਝੂਠ ਹੋਏ ਹਮ ਲਿਖੇ ਨਾ ਵਾਹੇ। ਜੇ ਉਹਦੀ ਗੱਲ ਝੂਠੀ ਹੋਈ ਤਾਂ ਅਸੀਂ ਕਦੇ ਨਹੀਂ ਲਿਖਦੇ। ਜੇ ਤੁਹਾਡੀ ਗੱਲ ਝੂਠੀ ਹੋਈ ਤਾਂ ਉਹ ਵੀ ਅਸੀਂ ਆਪਣੇ ਰਿਕਾਰਡ 'ਚ ਕਦੇ ਵੀ ਦਰਜ ਨਹੀਂ ਕਰਾਂਗੇ। ਕਿਸੇ ਨਾਲ ਕੋਈ ਇਸ ਪੱਖ 'ਤੇ ਹਮਦਰਦੀ ਨਹੀਂ ਰੱਖਾਂਗੇ। ਜੋ ਸੱਚ ਹੋਵੇਗਾ ਸੱਚ ਹੀ ਲਿਖਾਂਗੇ। ਅੰਗਰੇਜ਼ ਲੋਕ ਜੇ ਪਰ ਭੂਮ ਜਾਵਤ। ਕਹਿਣ ਲੱਗਾ ਮਰੇ ਕੈਪਟਨ ਕਹਿੰਦਾ ਅਸੀਂ ਅੰਗਰੇਜ਼ ਲੋਕ ਹਾਂ, ਜਦੋਂ ਪਰਾਈ ਧਰਤੀ 'ਤੇ ਜਾਂਦੇ ਹਾਂ ਨਾ, ਅਤੇ ਉੱਥੋਂ ਦਾ ਸਾਰਾ ਚੰਗਾ ਮਾੜਾ ਸਭ ਜੋ ਵੀ ਹੁੰਦਾ ਉਹਨੂੰ ਆਪਣੀ ਹਿਸਟਰੀ ਦੇ ਵਿੱਚ ਲਿਖ ਕਰਕੇ ਰੱਖਦੇ ਹਾਂ, ਸੱਚ ਲਿਖ ਕੇ ਰੱਖਦੇ, ਝੂਠ ਨਹੀਂ।
ਤਿਸੀ ਹਵਾਲ ਸਭੀ ਲਿਖ ਲਿਆਵਤ। ਇਸ ਕਰਕੇ ਹੁਣ ਇੱਥੇ ਤੁਹਾਡਾ ਰਾਜ ਭਾਗ ਹੈ। ਅਸੀਂ ਚਾਹੁੰਦੇ ਹਾਂ ਵੀ ਇਹ ਸਾਰਾ ਹਵਾਲਾ ਲਿਖਿਆ ਜਾਵੇ, ਕਿਵੇਂ ਮੁਗਲ ਹਕੂਮਤ ਖਤਮ ਹੋਈ, ਕਿਵੇਂ ਕਿਵੇਂ ਸਭ ਕੁਝ ਹੋਇਆ, ਇਹਦੇ ਵਿੱਚ ਕਿੱਥੇ ਕਮੀਆਂ ਰਹਿ ਗਈਆਂ ਮੁਗਲ ਹਕੂਮਤ ਕੋਲੋਂ, ਇਹ ਸਾਰਾ ਕੁਝ ਅਸੀਂ ਵੇਖਣਾ ਚਾਹੁੰਦੇ, ਵਿਚਾਰਨਾ ਚਾਹੁੰਦੇ ਹਾਂ। ਸੱਚੀ ਸੱਚੀ ਗੱਲ ਜਿਹੜੀ ਤੁਸੀਂ ਲਿਖ ਕੇ ਲਿਆਓ, ਅਸੀਂ ਉਹਦਾ ਨਿਰਣਾ ਕਰ ਲਾਂਗੇ। ਜੋ ਹੋਤ ਹੈ ਸਾਚ ਸਭ ਖਾਸ, ਜਿਹੜੀ ਖਾਸ ਕਰਕੇ ਸੱਚੀ ਗੱਲ ਹੁੰਦੀ ਉਹਨੂੰ ਅਸੀਂ ਆਪਣੀ ਹਿਸਟਰੀ ਦਾ ਹਿੱਸਾ ਜ਼ਰੂਰ ਬਣਾਵਾਂਗੇ। ਸੋ ਪੁਜਾ ਇਤ ਪਤ ਲੰਦਨ ਪਾਸ, ਉਹ ਲਿਖ ਕਰਕੇ ਅਸੀਂ ਜੋ ਲੰਦਨ ਸਾਡਾ ਹੈੱਡਕੁਆਟਰ ਹੈ, ਸਾਡੀ ਸਰਕਾਰ ਹੈ, ਉਹਦੇ ਪਾਸ ਅਸੀਂ ਭੇਜਣਾ ਕਰਾਂਗੇ। ਦੋਹਰਾ ਤੋਂ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾਓ। ਫਿਰ ਮਾਲੀ ਕਹਿਣ ਲੱਗਾ, ਜਿਹੜਾ ਕੈਪਟਨ ਮਰੇ ਸੀ, ਉਹ ਕਹਿਣ ਲੱਗਾ ਵੀ ਸਰਦਾਰ ਰਤਨ ਸਿੰਘ ਜੀ, ਇੰਨੀ ਗੱਲ ਮੈਨੂੰ ਸਰਦਾਰ ਸਾਹਿਬ ਦੱਸਣਾ ਕਰੋ। ਸਿੰਘਨ ਪਾਇਓ ਰਾਜ ਕਿਮ ਔ ਦੀਨੋ ਕਿਨ ਬਾਦਸ਼ਾਹੋ, ਕਿਸ ਪਾਸੋਂ ਸਿੰਘਾਂ ਨੇ ਰਾਜ ਭਾਗ ਪ੍ਰਾਪਤ ਕੀਤਾ ਅਤੇ ਕਿਹੜੇ ਪਾਤਸ਼ਾਹ ਨੇ ਇਹਨਾਂ ਨੂੰ ਰਾਜ ਦਿੱਤਾ ਹੈ। ਚੌਪਈ ਤਿਸੀ ਬਾਤ ਮੈਂ ਐਸੀ ਕਹੀ। ਭਾਈ ਰਤਨ ਸਿੰਘ ਜੀ ਕਹਿੰਦੇ ਸੁਣ ਕਰਕੇ ਨਾ, ਅਤੇ ਅਸੀਂ ਅੰਗਰੇਜ਼ ਨੂੰ ਇਉਂ ਉੱਤਰ ਦਿੱਤਾ, ਸਿੰਘਨ ਪਾਤਸ਼ਾਹੀ ਸਾਹੇ ਸੱਚੇ ਦਈ। ਕਹਿਣ ਲੱਗੇ ਸਾਨੂੰ ਕਿਸੇ ਦੁਨਿਆਵੀ ਬਾਦਸ਼ਾਹ ਨੇ ਨਹੀਂ, ਸਾਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ। ਸੋ ਇੱਕ ਤਾਂ ਝੂਠੇ ਬਾਦਸ਼ਾਹ ਹੁੰਦੇ ਨੇ, ਇੱਕ ਸੱਚਾ ਪਾਤਸ਼ਾਹ ਹੈ। ਸੱਚੇ ਪਾਤਸ਼ਾਹ ਦੀ ਦੇਣ ਹੈ ਸਾਨੂੰ ਸਾਡਾ ਰਾਜ ਭਾਗ। ਮਰੀ ਕਹਿਓ ਸ਼ਾਹੋ ਸੱਚੇ ਕੋਏ, ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਕਿਹੜਾ ਹੈ, ਉਹਦੇ ਬਾਰੇ ਵੀ ਮੇਰੇ ਨਾਲ ਨਿਰਣਾ ਕਰੋ। ਅਸਾ ਕਹਿਓ ਸ਼ਾਹ ਨਾਨਕ ਜੋਏ, ਕਹਿਣ ਲੱਗੇ ਮਰੇ ਸਾਹਿਬ ਜੋ ਧੰਨ ਗੁਰੂ ਨਾਨਕ ਦੇ ਮਾਰੇ ਸੱਚੇ ਪਾਤਸ਼ਾਹ ਸੀ ਨਾ, ਉਹ ਸਾਡੇ ਸੱਚੇ ਸਨ ਪਾਤਸ਼ਾਹ, ਉਹਨਾਂ ਨੇ ਸਾਨੂੰ ਪਾਤਸ਼ਾਹੀਆਂ ਵੰਡੀਆਂ ਨੇ, ਉਹਨਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਮਰੀ ਕਹਿਓ ਭਇਓ ਨਾਨਕ ਫਕੀਰ, ਅਤੇ ਜਿਹੜਾ ਇਹ ਕੈਪਟਨ ਸੀ ਅੰਗਰੇਜ਼ ਦਾ ਮਰੇ, ਉਹ ਕਹਿਣ ਲੱਗਾ ਵੀ ਉਹ ਤਾਂ ਸਾਰੀ ਦੁਨੀਆ ਹੀ ਜਾਣਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਤਾਂ ਇੱਕ ਫਕੀਰ ਹੋਏ ਨੇ, ਉਹ ਤਾਂ ਫਕੀਰੀ ਲਿਬਾਸ ਰੱਖਦੇ ਸੀ, ਉਹ ਤਾਂ ਬਾਦਸ਼ਾਹੀਆਂ ਵਾਲੇ ਪਾਸੇ ਰਾਜ ਭਾਗ ਵਾਲੇ ਤਾਂ ਗਏ ਹੀ ਨਹੀਂ। ਉਨ ਸ਼ਾਹੀ ਕੀ ਕਿਆ ਤਦਬੀਰ, ਅਤੇ ਉਹਨਾਂ ਨੂੰ ਬਾਦਸ਼ਾਹੀ ਦਾ ਕੀ ਪਤਾ ਸੀ, ਉਹ ਤਾਂ ਬੜੇ ਸਾਦੇ ਲਿਬਾਸ ਵਿੱਚ ਰਹਿ ਕਰਕੇ ਬੜੀ ਧਰਤੀ ਦੀ ਉਹਨਾਂ ਨੇ ਯਾਤਰਾ ਕੀਤੀ ਹੋਈ ਹੈ। ਹਮੇ ਕਹਿਓ ਵਾਹੇ ਸ਼ਾਹਨਸ਼ਾਹੇ। ਭਾਈ ਰਤਨ ਸਿੰਘ ਕਹਿਣ ਲੱਗੇ ਤੁਹਾਡੀ ਨਿਗਾਹ ਦੇ ਵਿੱਚ ਹੋਵੇਗਾ ਵੀ ਉਹ ਇਕੱਲੇ ਫਕੀਰ ਹੀ ਸਨ, ਪਰ ਅਸੀਂ ਸਮਝਦੇ ਹਾਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਤਸ਼ਾਹਾਂ ਦੇ ਪਾਤਸ਼ਾਹ ਸੀ। ਉਹਨਾਂ ਨੇ ਤਾਂ ਜੁੱਗੋ ਜੁੱਗ ਦਾ ਰਾਜ ਜਿਹਨੂੰ ਬਖਸ਼ਿਸ਼ ਕੀਤਾ, ਕੀੜੇ ਮਕੌੜਿਆਂ ਨੂੰ ਪਾਤਸ਼ਾਹੀਆਂ ਦੇਣ ਵਾਲੇ ਸਨ। ਦੀਨ ਦੁਨੀ ਸੱਚੇ ਪਾਤਸ਼ਾਹ, ਉਹ ਤਾਂ ਦੀਨ ਦੁਨੀਆ ਦੇ ਔਰ ਧਰਮ ਦਾ ਸੱਚਾ ਪਾਤਸ਼ਾਹ ਪਰਮੇਸ਼ਰ ਦੇ ਸਰੂਪ ਸੀ, ਪਰਮੇਸ਼ਰ ਦੀ ਜੋਤ ਸਨ ਧੰਨ ਗੁਰੂ ਨਾਨਕ ਸਾਹਿਬ। ਕਈ ਸ਼ਾਹ ਦਿਨ ਕੀਏ ਫਕੀਰ, ਕਈ ਵੱਡੇ ਵੱਡੇ ਰਾਜੇ ਸੀ ਜਿਹੜੇ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਕੀਰ ਬਣਾ ਦਿੱਤਾ। ਜੇ ਕੋਈ ਚਰਨੀ ਆਣ ਕੇ ਪਿਆ ਨਾ ਗਰੀਬ, ਅਤੇ ਉਹਨੂੰ ਬਾਦਸ਼ਾਹੀਆਂ ਬਖਸ਼ਿਸ਼ ਕਰ ਦਿੱਤੀਆਂ। ਫਿਰ ਇਹ ਵੀ ਕਹਿਣਾ ਕੀਤਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ ਦਾ, ਦਰ ਮੰਗਣ ਭੇਖ ਨਾ ਪਾਏ ਦਾ। ਵੱਡੇ ਵੱਡੇ ਜਿਹੜੇ ਬਾਦਸ਼ਾਹ ਲੋਕ ਸੀ ਉਹਨਾਂ ਨੂੰ ਆਪਣੇ ਜਦੋਂ ਨਦਰ ਤੋਂ ਉਤਾਰਿਆ ਅਤੇ ਬਾਦਸ਼ਾਹ ਨੂੰ ਭਿੱਖਿਆ ਮੰਗਣ ਲਾਉਣ ਦੀ ਸਮਰੱਥਾ ਰੱਖਦੇ ਸੀ ਗੁਰੂ ਨਾਨਕ ਸਾਹਿਬ। ਕਈ ਫਕੀਰ ਕਰ ਦੀਨੇ ਪੀਰ, ਕਹਿਣ ਲੱਗੇ ਕਈਆਂ ਫਕੀਰਾਂ ਨੂੰ ਤਾਂ ਉਹਨਾਂ ਪੀਰੀਆਂ ਬਖਸ਼ਿਸ਼ ਕਰ ਦਿੱਤੀਆਂ, ਮਾਲੋ ਮਾਲ ਕਰ ਦਿੱਤਾ, ਕਈਆਂ ਨੂੰ ਅਜ਼ਮਤਾਂ ਦਿੱਤੀਆਂ, ਕਈਆਂ ਨੂੰ ਕਰਾਮਾਤਾਂ ਵਿਖਾਈਆਂ ਵੀ ਅਤੇ ਬਖਸ਼ਿਸ਼ ਵੀ ਕਰ ਦਿੱਤੀਆਂ। ਰਹੇ ਉਹ ਆਪ ਹੋਏ ਬੇਪਰਵਾਹ, ਪਰ ਆਪ ਉਹ ਬੇਪਰਵਾਹ ਸਨ, ਉਹਨਾਂ ਦੇ ਖਜ਼ਾਨੇ ਭਰੇ ਹੋਏ ਸਨ। ਆਪ ਨਹੀਂ ਸੀ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਪਰਵਾਹ ਵੀ ਆਹ ਚੀਜ਼ ਸਾਡੇ ਕੋਲ ਚਾਹੀਦੀ ਹੈ। ਜੋ ਨਾਨਕ ਭਇਓ ਸ਼ਾਹਨਸ਼ਾਹ। ਇਸ ਕਰਕੇ ਭਾਈ ਰਤਨ ਸਿੰਘ ਜੀ ਕਹਿਣ ਲੱਗੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਕੀਰ ਨਹੀਂ, ਸ਼ਾਹਨਸ਼ਾਹ ਪਾਤਸ਼ਾਹ ਦਾ ਪਾਤਸ਼ਾਹ ਕਹਿੰਦੇ ਹਾਂ। ਜਿਨ ਸ਼ਾਹ ਨਾਨਕ ਚਰਨ ਪਰਸਾਏ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਰਸਨਾ ਕੀਤੇ, ਉਹਨਾਂ ਨੂੰ ਮੇਰੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕਰ ਦਿੱਤੀਆਂ, ਤਾਰ ਦਿੱਤਾ। ਤਿੰਨ ਮੈਂ ਸ਼ਕਤੀ ਇਤੀ ਪਹੀ ਆਏ, ਉਹਨਾਂ ਵਿੱਚ ਤਾਂ ਵੱਡੀਆਂ ਸ਼ਕਤੀਆਂ ਆ ਗਈਆਂ, ਉਹ ਗਾਂ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਦੇ ਸਮਰੱਥ ਹੋ ਗਏ। ਜਿਹੜੇ ਗਾਂ ਉਹਨਾਂ ਦੇ ਸਿੱਖ ਸੇਵਕ ਬਣ ਗਏ, ਉਹਨਾਂ ਨੂੰ ਵੀ ਮਾਰੇ ਸੱਚੇ ਪਾਤਸ਼ਾਹ ਨੇ ਤਾਰ ਦੇਣਾ ਕੀਤਾ। ਚਿੜੀਆਂ ਤੇ ਉਹਨ ਬਾਜ ਕੁਹਾਏ, ਜਿਹੜੇ ਚਿੜੀਆਂ ਦੀ ਨਿਆਈ ਲੋਕ ਸੀ, ਗਰੀਬ, ਸੋ ਜਿਹੜੇ ਛੋਟੀ ਜਾਤੀ ਵਾਲੇ ਸੀ,
ਉਹਨਾਂ ਤੋਂ ਵੱਡੇ ਵੱਡੇ ਜਿਹੜੇ ਬਾਜ ਚੌਧਰੀ ਹਾਕਮ ਉਹ ਤੁੜਾ ਦੇਣਾ ਕੀਤੇ। ਛੇਲਣ ਕੋਲੋਂ ਸ਼ੇਰ ਤੁੜਾਏ, ਚਿੜੀਆਂ ਤੋਂ ਬਾਜ ਤੁੜਾ ਦਿੱਤੇ, ਅਤੇ ਛੇਲਣ ਜਿਹੜੇ ਬੱਕਰੀਆਂ ਵਰਗੀ ਪਰਜਾ ਸੀ ਉਹਨਾਂ ਦੇ ਕੋਲੋਂ ਵੱਡੇ ਵੱਡੇ ਜਿਹੜੇ ਬਾਦਸ਼ਾਹ ਸ਼ੇਰ ਬੱਬਰ ਸ਼ੇਰ ਬਣੇ ਫਿਰਦੇ ਸੀ ਉਹ ਮਰਵਾ ਦਿੱਤੇ। ਦੋਹਰਾ ਜਿਨਕੇ ਘੋੜੇ ਗੈਰ ਲੱਖ, ਤੋਪਣ ਕਈ ਹਜ਼ਾਰ। ਕੈਪਟਨ ਮਰੇ ਕਹਿੰਦਾ ਵੀ ਇਹ ਮੇਰੇ ਗੱਲ ਮੰਨਣ 'ਚ ਨਹੀਂ ਆਉਂਦੀ। ਜਿਹੜੀ ਮੁਗਲਿਆ ਹਕੂਮਤ ਦੇ ਕੋਲ ਵੱਡੇ ਵੱਡੇ ਘੋੜੇ ਸਨ, ਕਈ ਤੋਪਾਂ ਸੀ, ਜਿਨ੍ਹਾਂ ਦੇ ਕੋਲ ਬੜਾ ਅਸਲਾ ਸੀ, ਤੋਪਖਾਨਾ ਸੀ, ਬੜੀ ਫੌਜ ਹੈ। ਤਖਤ ਪਾਤਸ਼ਾਹੀ ਬਹਿ ਕਰਤ, ਤਿੰਨ ਦਾਸਨ ਦੀਨੇ ਗਾਰ। ਅਤੇ ਉਹਨਾਂ ਤਖਤਾਂ ਬਾਦਸ਼ਾਹੀ ਦੇ ਤਖਤ 'ਤੇ ਬੈਠਦੇ ਸੀ, ਨਿਆਂ ਕਰਦੇ ਸੀ, ਇਨਸਾਫ ਦਿੰਦੇ ਸੀ ਲੋਕਾਂ ਨੂੰ। ਅਤੇ ਫਿਰ ਉਹ ਜਿਹੜੇ ਉਹਨਾਂ ਦੀ ਪਰਜਾ ਸੀ, ਉਹਨਾਂ ਦੇ ਗਾਂ ਚੇਲੇ ਬਾਲੇ, ਉਹਨਾਂ ਨੇ ਮਤਲਬ ਕਿ ਕਿਵੇਂ ਸਾਰਾ ਕੁਝ ਉਹਨਾਂ ਦਾ ਗਾਲ ਦਿੱਤਾ, ਕਿਵੇਂ ਰਾਜ ਪਾ ਗਈ ਉਹਨਾਂ ਦੀ, ਪਾਤਸ਼ਾਹੀ ਕਿਵੇਂ ਖੁੱਸ ਗਈ ਮੁਗਲਿਆ ਹਕੂਮਤ ਦੀ। ਭਾਈ ਰਤਨ ਸਿੰਘ ਜੀ ਕਹਿਣ ਲੱਗੇ, ਲੈ ਸੁਣਨਾ ਕਰ ਹੁਣ ਇੱਥੇ ਨਾ, ਤੈਨੂੰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੋਟ ਕਰਵਾਉਣੇ ਆ। ਕਹਿਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾ ਜਿਹੜਾ ਪੰਥ ਹੈ ਕਲਗੀਧਰ ਦਸ਼ਮੇਸ਼ ਪਿਤਾ ਦਾ, ਇਹਦੇ ਗੋਲਾ ਇਹ ਤੋਪਾਂ ਇਹ ਸੁਣਨਾ ਕਰ ਵੀ ਇਹਨਾਂ ਕੋਲ ਕਿਹੜੀਆਂ। ਭਾਗ ਨੁਗਦ ਲੈ ਨਾਮ ਸਿਰ ਡਾਰੇ ਜਾਂ ਕੇ ਉਦਾਸ। ਜਦੋਂ ਇਹ ਖਸਖਸ ਦਾ ਰਗੜਾ ਲਾਉਂਦੇ ਆ ਨਾ, ਬਦਾਮ ਖਸਖਸ ਪਾ ਕੇ, ਨਿਹੰਗ ਸਿੰਘ ਤਾਂ ਉਹਦੇ ਵਿੱਚ ਥੋੜ੍ਹਾ ਭੰਗ ਵੀ ਪਾ ਲੈਂਦੇ ਆ। ਉਹ ਕਹਿੰਦੇ ਵੀ ਕਰਾਮਾਤਾਂ ਦੀ ਗੱਲ ਛੱਡੋ, ਜਦੋਂ ਸਾਰੇ ਉਹਨੂੰ ਘੋਟ ਕੇ ਚੰਗੀ ਤਰ੍ਹਾਂ ਰਗੜਾ ਲਾ ਕੇ ਅਤੇ ਇੱਕ ਥਾਂ 'ਤੇ ਉਹਨੂੰ ਛਾਣਾ ਬਣਾ ਕੇ ਉਹਦਾ ਗੋਲਾ ਬਣਾ ਕੇ, ਅਤੇ ਜਦੋਂ ਕਿਸੇ ਦੇ ਵੱਲ ਨੂੰ ਕਿਸੇ ਦਾ ਨਾਂ ਲੈ ਕੇ ਸੁੱਟ ਦਿੰਦੇ ਆ ਨਾ, ਅਤੇ ਉਹ ਕਰਾਮਾਤੀ ਗੋਲਾ ਹੈ। ਭਾਗ ਨੁਗਦ ਲੈ ਨਾਮ ਸਿਰ, ਜਿਹਦੇ ਉਹ ਸਿਰ 'ਤੇ ਚਲਾਉਂਦੇ ਨੇ ਨਾ ਜਦੋਂ ਰਗੜਾ ਲਾਉਂਦੇ ਨੇ, ਸੋ ਜਿਹਦਾ ਨਾਂ ਲੈ ਕੇ ਜਿਹਦੇ ਸਿਰ ਵੱਲ ਨੂੰ ਸੁੱਟ ਦਿੰਦੇ ਨੇ ਅਤੇ ਉਹਦਾ ਸਾਰਾ ਕੁਝ ਹੀ ਖਤਮ ਕਰ ਦਿੰਦੇ ਆ। ਰਹਿੜਾ ਅੜਨੇ ਜੋਗ ਬਹੁ ਤੁਰਤ ਹੋਏ ਤੇ ਨਾਸ। ਇਹੋ ਜਿਹੀਆਂ ਕਰਾਮਾਤਾਂ ਇਹਨਾਂ ਦੇ ਵਿੱਚ ਤਾਂ ਉਹ ਫਿਰ ਅੜਨ ਜੋਗਾ ਨਹੀਂ ਰਹਿ ਜਾਂਦਾ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਮਰਦਾ ਮਰ ਜਾਂਦਾ, ਨਾਸ ਹੋ ਜਾਂਦਾ। ਇਹ ਵੱਡੀਆਂ ਕਰਾਮਾਤਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕਰਦੀਆਂ। ਇਹ ਤਾਂ ਭਾਂਡੇ ਮਾਂਜਣ ਵਾਲੇ ਲੋਕ, ਝਾੜੂ ਕਰਨ ਵਾਲੇ ਲੋਕ, ਇਸ ਦਰਬਾਰ ਦੇ ਤੱਪੜ ਝਾੜਨ ਵਾਲੇ ਲੋਕ, ਦਰੀਆਂ ਝਾੜਨ ਵਾਲੇ, ਚਰਨ ਧੂੜੀ ਨੂੰ ਮਸਤਕ ਲਾਉਣ ਵਾਲੇ, ਉਹਨਾਂ ਨੂੰ ਵੀ ਐਡੀਆਂ ਐਡੀਆਂ ਵੱਡੀਆਂ ਕਰਾਮਾਤਾਂ ਬਖਸ਼ਿਸ਼ ਕਰ ਦਿੰਦੇ ਨੇ ਪਰਮੇਸ਼ਰ ਜੀ। ਕਥਿਤ ਬਤੀਸ ਮਰੀ ਨੇ ਪਿਆਰੇ ਬਚ, ਹਮ ਸਿਉ ਉਚਾਰੇ ਤਬ। ਫਿਰ ਭਾਈ ਰਤਨ ਸਿੰਘ ਜੀ ਕਹਿੰਦੇ, ਫਿਰ ਜਿਹੜਾ ਉਹਦੇ ਨਾਲ ਪ੍ਰੇਮ ਪਿਆਰ ਸੀ ਨਾ, ਜਿਹਦੇ ਨਾਲ ਪਿਆਰ ਹੋਇਆ ਕੈਪਟਨ ਦੇ ਨਾਲ, ਉਹਨੇ ਫਿਰ ਬੜੇ ਪਿਆਰ ਨਾਲ, ਬੜੇ ਸਤਿਕਾਰ ਦੇ ਨਾਲ ਮੇਰੇ ਨਾਲ ਕਹਿੰਦੇ ਬਚਨ ਕਹਿਣਾ ਕੀਤਾ। ਨਾਨਕ ਜੀ ਪਾਈ ਜਿਮ ਸ਼ਾਹੀ, ਕਹੂ ਸੋ ਢੱਬ। ਜਿੱਥੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਤਸ਼ਾਹੀ ਪ੍ਰਾਪਤ ਹੋਈ, ਜਿੱਥੋਂ ਉਹ ਬਾਦਸ਼ਾਹ ਬਣੇ, ਸੋ ਉਹ ਮੈਨੂੰ ਦੱਸਣਾ ਕਰੋ ਵੀ ਕਿਵੇਂ ਉਹ ਬਾਦਸ਼ਾਹ ਬਣੇ, ਕੀ ਸਾਰੀ ਗੱਲਬਾਤ ਹੋਈ, ਮੈਨੂੰ ਉਹ ਵੀ ਦੱਸ ਦੇਣਾ ਕਰੋ। ਢੰਗ ਦੱਸੋ ਵੀ ਕਿਵੇਂ ਉਹਨਾਂ ਨੇ ਬਾਦਸ਼ਾਹੀ ਪ੍ਰਾਪਤ ਕੀਤੀ। ਹਮ ਉਸੇ ਜੋ ਸੁਣਾਈ ਸੁਣੋ ਸੰਤ ਮਿੱਤ ਭਾਈ। ਭਾਈ ਰਤਨ ਸਿੰਘ ਜੀ ਕਹਿਣ ਲੱਗੇ, ਹੇ ਭਾਈ ਗੁਰਸਿੱਖੋ, ਜਿਵੇਂ ਮੈਂ ਉਹਨਾਂ ਨੂੰ ਸੁਣਾਉਣਾ ਕੀਤਾ ਨਾ ਪੰਥ ਦਾ ਇਤਿਹਾਸ, ਕਿਵੇਂ ਪੰਥ ਸ਼ੁਰੂ ਹੋਇਆ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਮੈਂ ਸੁਣਾਵਾਂਗਾ। ਸੁਣ ਕੇ ਬੁਲਾਏ ਸਮਝਾਏ ਕਹੀ ਨਿੱਜ ਰੱਬ। ਕਹਿਣ ਲੱਗੇ, ਮੈਂ ਚੰਗੀ ਤਰ੍ਹਾਂ ਕੈਪਟਨ ਮਰੇ ਨੂੰ ਸਮਝਾਉਣਾ ਕੀਤਾ। ਕਹਿੰਦੇ ਜਦੋਂ ਬਹੁਤਾ ਜ਼ਿਆਦਾ ਜਗਤ 'ਤੇ ਪਾਪ ਦਾ ਪਸਾਰਾ ਹੋ ਗਿਆ ਨਾ, ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜੀ ਸਾਰੀ ਸ੍ਰਿਸ਼ਟੀ, ਜਿਹਦੀ ਸਾਰੀ ਕਰਾਮਾਤ ਸਾਰੇ ਸੰਸਾਰ 'ਤੇ ਚੱਲਦੀ ਹੈ, ਉਸ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾ ਕਰਕੇ ਅਤੇ ਕਹਿਣਾ ਕੀਤਾ ਹੈ, ਰਾਜਾ ਕਰ ਕਹਿਆ ਮੋਰ, ਉਹੇ ਕਿਮ ਪੂਜਾ ਜੋਰ। ਕਹਿੰਦੇ ਮੇਰੇ ਵੱਲੋਂ ਨਾ ਤੁਸੀਂ ਰਾਜੇ ਹੋ, ਭਾਵ ਕਿ ਪਰਮੇਸ਼ਰ ਆਪਣੀ ਜੋਤ ਲੈ ਕੇ ਪ੍ਰਗਟ ਹੋਏ, ਵੀ ਆਪਣਾ ਨਿੱਜ ਸਰੂਪ ਲੈ ਕੇ, ਜਿਵੇਂ ਗੁਰੂ ਕੀ ਬਾਣੀ ਦੇ ਬਚਨ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸੋ ਆਪ ਆਪਣਾ ਮਨੁੱਖਾ ਸਰੀਰ ਲੈ ਕਰਕੇ ਕਹਿ ਲੱਗੇ, ਸਾਰੀਆਂ ਸ਼ਕਤੀਆਂ ਲੈ ਕੇ ਆਪ ਰਾਜੇ ਬਣੇ, ਆਪ ਬਾਦਸ਼ਾਹ ਬਣ ਕੇ ਆਏ ਸੰਸਾਰ ਦੇ ਜ਼ਬਰ ਜ਼ੁਲਮ ਨੂੰ ਠੱਲ ਪਾਉਣ ਵਾਸਤੇ। ਸੋ ਉਹ ਕਿਵੇਂ ਪੂਜੇ ਜ਼ੋਰ, ਉਹਨਾਂ ਨੇ ਕਿਵੇਂ ਜਿਹੜੀ ਸੀ ਰੈਅਤ ਇਹਦੇ ਉੱਤੇ ਜ਼ੁਲਮ ਹੋ ਰਹੇ ਸਨ, ਕਿਵੇਂ ਉਹਨੂੰ ਆਣ ਕੇ ਠੱਲ ਪਾਈ। ਸੋ ਉਹ ਸਾਰੀ ਜਿਹੜੀ ਗੱਲ ਸੀ ਨਾ,
ਕੈਪਟਨ ਮਰੇ ਨੂੰ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਸਮਝਾਉਣਾ ਕੀਤਾ। ਅੰਗ ਸੋ ਲਗਾਏ ਕਹੀ ਜਾਵੀਏ ਜ਼ਰੂਰ ਅੱਬ, ਕਹਿਣ ਲੱਗੇ ਪਰਮੇਸ਼ਰ ਦਾ ਅੰਗ, ਪਰਮੇਸ਼ਰ ਦੀ ਜੋਤ। ਸੋ ਇੱਥੇ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਪਰਮੇਸ਼ਰ ਨੇ ਉਹਨਾਂ ਨੂੰ ਭੇਜਿਆ, ਪਰ ਗੁਰੂ ਕੀ ਬਾਣੀ ਦਾ ਬਚਨ ਹੈ ਵੀ ਆਪ ਹੀ ਪਰਮੇਸ਼ਰ ਚੱਲ ਕੇ ਸਰੀਰ ਧਾਰਨ ਕਰਕੇ ਆਏ। ਕਹਿਣ ਲੱਗੇ ਪਰਮੇਸ਼ਰ ਦਾ ਅੰਗ, ਪਰਮੇਸ਼ਰ ਦਾ ਇੱਕ ਹਿੱਸਾ ਜੋਤ। ਸੋ ਸਰੀਰ ਲੈ ਕਰਕੇ ਮਨੁੱਖਾ ਸੰਸਾਰ ਦੇ ਉੱਪਰ ਚੱਲ ਕਰਕੇ ਆਏ। ਉਦੋਂ ਬਹੁਤੇ ਜ਼ਿਆਦਾ ਲੋਕਾਂ ਦੇ ਉੱਤੇ ਚਾਰ ਚਫੇਰੇ ਜ਼ੁਲਮ, ਅਤਿਆਚਾਰ, ਅੰਧ ਧੁੰਦ ਦਾ ਪਸਾਰਾ ਸੀ। ਕੋਈ ਪੁੱਛਦਾ ਨਹੀਂ ਸੀ ਕਿਸੇ ਨੂੰ ਨਿਆਂ ਨਹੀਂ ਸੀ ਮਿਲਦਾ। ਸੋ ਉਸ ਵਕਤ ਬਾਦਸ਼ਾਹ ਬਣ ਕੇ ਨਿਆਂ ਦੇਣ ਲਈ ਸੰਸਾਰ 'ਤੇ ਆਏ। ਨਾਨਕ ਕਹਾਵੇ ਨਾਮ ਬੇਦੀ ਕੁੱਲ ਪਾਵੇ ਜਾਏ, ਆਪਣਾ ਨਾਮ ਸ਼੍ਰੀ ਨਾਨਕ ਦੇਵ ਰਖਾਇਆ ਅਤੇ ਬੇਦੀ ਕੁੱਲ ਜਿਹੜੀ ਉੱਤਮ ਕੁੱਲ ਸੀ ਉਹਦੇ ਵਿੱਚ ਆਣ ਕੇ ਆਪਣਾ ਅਵਤਾਰ ਧਾਰਨ ਕੀਤਾ, ਪ੍ਰਕਾਸ਼ ਧਾਰਿਆ। ਰਾਖੇ ਜੂ ਆਵੇ ਸ਼ਰਨ ਦੁਸ਼ਟਨ ਕੋ ਗਾਰੋ ਦੱਬ, ਜਿਹੜਾ ਤੋਂ ਕੋਈ ਸ਼ਰਨ ਆ ਗਿਆ ਉਹਨੂੰ ਬਖਸ਼ਿਸ਼ਾਂ ਕਰ ਦਿੱਤੀਆਂ। ਜਿਹੜੇ ਦੁਸ਼ਟ ਲੋਕ ਸਨ, ਪਾਪੀ ਲੋਕ, ਮੰਦੀ ਮੱਤ ਵਾਲੇ, ਸੋ ਉਹਨਾਂ ਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ ਹੀ ਉਹਨਾਂ ਦਾ ਖਾਤਮਾ ਹੀ ਕਰ ਦਿੱਤਾ, ਜੜ੍ਹਾਂ ਹੀ ਪੱਟ ਦਿੱਤੀਆਂ। ਚੌਪਈ ਮਰੀ ਕਹੇ ਹਮੇ ਸੁਣਾਵੋ ਸਬੱਬ, ਅਤੇ ਮਰੀ ਜਿਹੜਾ ਕੈਪਟਨ ਸੀ ਉਹ ਕਹਿਣ ਲੱਗਾ ਵੀ ਇਹ ਸਾਰੀ ਵਾਰਤਾ ਮੈਨੂੰ ਸੁਣਾਉਣੀ ਕਰੋ, ਗੱਲ ਖੋਲ੍ਹ ਕੇ ਸੁਣਾਓ। ਨਾਨਕ ਰਾਜ ਕਿਵੇਂ ਭਇਓ ਜੋ ਰੱਬਾ, ਅਤੇ ਤੁਸੀਂ ਕਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਕਹਿੰਦੇ ਹੋ, ਕਿਵੇਂ ਇਹਨਾਂ ਨੂੰ ਪਰਮੇਸ਼ਰ ਨੇ ਰਾਜ ਦਿੱਤਾ। ਜਿਸ ਜਿਮ ਉਸਕੋ ਹਮ ਉੱਤਰ ਦੀਨੋ, ਜਿਵੇਂ ਫਿਰ ਕਵੀ ਜੀ ਕਹਿੰਦੇ, ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਅਸੀਂ ਉਹਨਾਂ ਨੂੰ ਉੱਤਰ ਦਿੱਤਾ ਨਾ ਅੱਗੋਂ, ਤਿਵੇਂ ਸੁਣੋ ਤੁਮ ਸੰਤ ਪ੍ਰਬੀਨੋ, ਹੇ ਪ੍ਰਬੀਨ ਗੁਰਸਿੱਖੋ ਸ੍ਰੇਸ਼ਟ ਮੱਤ ਵਾਲਿਓ, ਤੁਸੀਂ ਸਾਰਾ ਅੱਗੇ ਸੁਣਨਾ ਕਰਿਓ। ਕਲਯੁੱਗ ਮੈਂ ਵੱਡ ਪਰ ਗਇਓ ਧੁੰਦ, ਕਹਿੰਦੇ ਕਲਯੁੱਗ ਦਾ ਯੁੱਗ ਸੀ, ਬਹੁਤਾ ਜ਼ਿਆਦਾ ਵੱਡਾ ਕਲੇ ਕਲੇਸ਼, ਚਾਰ ਚਫੇਰੇ ਪਿਆ ਹੋਇਆ ਸੀ, ਕੋਈ ਗਰੀਬ ਦੀ ਨਹੀਂ ਸੀ ਸੌਂਦਾ। ਚਾਰ ਚਫੇਰੇ ਪਾਪ, ਅਤਿਆਚਾਰ, ਜ਼ੁਲਮ ਦਾ ਵਾਧਾ ਸੀ। ਵਧਿਓ ਕੋ ਧਰਮ ਭਇਓ ਮੰਦ, ਅਤੇ ਖੋਟਾਪਣ ਸੀ ਜਿਹੜਾ, ਸੋ ਪਾਪ ਸੀ ਉਹ ਵੱਧ ਗਿਆ ਸੀ, ਕੁਧਰਮੀ ਹੋ ਗਏ ਸੀ ਲੋਕ, ਧਰਮ ਨੂੰ ਤਿਆਗ ਗਏ ਸਨ। ਸੋ ਪਾਪ ਦੀ ਚੜ੍ਹਾਈ ਸੀ ਅਤੇ ਧਰਮ ਦਾ ਜਿਹੜਾ ਬੋਲਬਾਲਾ ਉਹ ਘਟ ਗਿਆ ਸੀ। ਲਾਲਚ ਲੱਗ ਗਏ ਮਾਇਆ ਭੂਪ, ਜਿਨ੍ਹਾਂ ਨੇ ਨਿਆਂ ਦੇਣਾ ਸੀ ਰਾਜੇ ਮਹਾਰਾਜੇ ਲੋਕ, ਉਹ ਮਾਇਆ ਦੇ ਲਾਲਚ ਵਿੱਚ ਲੱਗ ਕੇ ਮਾਇਆ ਦੇ ਲਾਲਚੀ ਹੋ ਗਏ ਸਨ। ਜਿਵੇਂ ਅੱਜ ਕੱਲ੍ਹ ਚੱਲਣ ਡਿਆ ਨਾ ਕੰਮ ਮਾਇਆ ਧਾਰੀ ਲੋਕਾਂ ਦਾ, ਸੋ ਮਾਇਆ ਦੇ ਕੇ ਜੋ ਮਰਜ਼ੀ ਕਰਾ ਲਓ, ਪੈਸਾ ਹੀ ਪੈਸਾ ਰਹਿ ਗਿਆ ਦੁਨੀਆ 'ਤੇ ਮੁੱਖ। ਉਸ ਵਕਤ ਵੀ ਹਜ਼ੂਰ ਕਹਿੰਦੇ ਭਾਈ ਸਾਹਿਬ ਕਹਿੰਦੇ ਐਸਾ ਹੀ ਸੀ, ਮਾਇਆ ਦਾ ਬੋਲਬਾਲਾ, ਗਰੀਬ ਉੱਤੇ ਜ਼ੁਲਮ ਅਤਿਆਚਾਰ ਹੋ ਰਹੇ ਸਨ। ਰਾਜਨ ਪਾਏ ਨਿਜ ਧਰਮ ਕੂਪ, ਰਾਜਿਆਂ ਦਾ ਜਿਹੜਾ ਨਿਆਂ ਕਰਨਾ ਧਰਮ ਸੀ ਉਹਨਾਂ ਦਾ, ਇਨਸਾਫ ਦੇਣਾ ਪ੍ਰਜਾ ਨੂੰ, ਸਿੱਧੇ ਰਾਹ ਪਾਉਣਾ, ਸੋ ਉਹਨਾਂ ਨੂੰ ਸਹੂਲਤਾਂ ਦੇਣੀਆਂ, ਉਹ ਸਾਰਾ ਕੁਛ ਇਨਸਾਫ ਦੇਣ ਦੂਣ ਵਾਲੀ ਖੇਡ ਤਾਂ ਉਹਨਾਂ ਖੂਹ ਵਿੱਚ ਹੀ ਪਾ ਦਿੱਤੀ। ਪੰਥ ਧਾਰੀ ਭੇਜੇ ਜਾਗੇ ਆਏ, ਕਹਿਣ ਲੱਗੇ ਪਹਿਲਾਂ ਵੀ ਬੜੇ ਸੰਸਾਰ ਦੇ ਉੱਤੇ ਅਵਤਾਰ ਲੈ ਕੇ ਆਏ। ਸੋ ਜਿਵੇਂ ਸਰਬਲੋਕ ਗ੍ਰੰਥ ਦੇ ਵਿੱਚ ਵੀ ਲਿਖਿਆ ਹੋਇਆ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਰਾਮਾਨੰਦ ਵਰਗੇ, ਦੱਤਾਤਰੇਯ ਵਰਗੇ, ਗੋਰਖ ਵਰਗੇ, ਮਛਿੰਦਰਾ ਵਰਗੇ, ਹੋਰ ਪਤਾ ਨਹੀਂ ਕਿੰਨੇ ਕਿੱਥੇ ਚੱਲ ਕੇ ਆਏ। ਇਹ ਚਾਲ ਚੱਲੀ, ਸੋ ਜੋਗੀਆਂ ਨੇ ਆਪਣੇ ਪੰਥ ਬਣਾ ਲਏ, ਦੁਨੀਆ ਨੂੰ ਫਕੀਰ ਬਣਾ ਦਿੱਤਾ। ਕਿਸੇ ਨੇ ਆਖਿਆ ਸੁਆਵਾਂ ਮੰਨ ਲਓ, ਕਿਸੇ ਨੇ ਕਿਹਾ ਜਟਾਂ ਲੰਮੀਆਂ ਕਰ ਲਓ, ਕਿਸੇ ਨੇ ਬੋੜ ਦੇ ਦੁੱਧ ਲਾ ਕੇ ਵਾਲਾਂ ਦੀਆਂ ਜਟਾਂ ਬਣਾ ਦਿੱਤੀਆਂ, ਕਿਸੇ ਨੇ ਪੱਥਰ ਪੂਜਨ ਨੂੰ ਦੁਨੀਆ ਲਾ ਦਿੱਤੀ। ਸੋ ਆਪੋ ਆਪਣੀ ਪੂਜਾ ਪ੍ਰਤਿਸ਼ਠਾ ਦੇ ਵਿੱਚ ਹੀ ਲੱਗ ਗਏ। ਸੋ ਕਿਵੇਂ ਯੁੱਗਾਂ ਤੋਂ ਲੈ ਕੇ ਸਾਰਾ ਕੁਝ ਪਿੱਛੋਂ ਤੁਰਿਆ ਹੀ ਆ ਰਿਹਾ ਸੀ। ਸੋ ਉਹਨਾਂ ਨੇ ਆਪੋ ਆਪਣੇ ਖੋਟੇ ਢੰਗ ਦੇ ਨਾਲ ਦੁਨੀਆ ਸਿੱਧੇ ਰਾਹ ਨਹੀਂ ਪਾਈ, ਦੁਨੀਆ ਨੂੰ ਪੁੱਠੇ ਰਸਤੇ ਪਾ ਦਿੱਤਾ। ਸੋ ਭੂਤਨਿਆਂ ਵਰਗੀ ਦੁਨੀਆ ਬਣਾ ਦਿੱਤੀ। ਐਵੇਂ ਚੰਗੇ ਭਲੇ ਲੋਕ ਅਤੇ ਉਹਨਾਂ ਨੂੰ ਸਵਾਹ ਮਲ ਕੇ ਅਤੇ ਬਹਾਦਿਆ ਕਰਨਾ, ਧੁੱਪੇ ਬੈਠੇ ਰਹੋ, ਧੂਣੀਆਂ ਤਾਈ ਫਿਰੋ, ਕਹਿਰ ਦੀ ਗਰਮੀ ਧੂਣੇ ਤਾ ਕੇ ਬਹਿ ਜਾਓ, ਕਹਿਰ ਦੀ ਠੰਡ 'ਤੇ ਸਿਰ 'ਤੇ ਪਾਣੀ ਪਾਈ ਜਾਓ। ਇਹ ਤਾਂ ਕੋਈ ਤਰੀਕਾ ਨਹੀਂ ਨਾ ਹੈ। ਸੋ ਇੱਦਾਂ ਦੇ ਬੜੇ ਲੋਕ ਸੰਸਾਰ 'ਤੇ ਪਹਿਲਾਂ ਵੀ ਪਰਮੇਸ਼ਰ ਨੇ ਭੇਜੇ। ਪੰਥ ਵਿਚਲ ਪਏ ਤਿਨ ਕੇ ਗਏ, ਉਹਨਾਂ ਦੇ ਜਿਹੜੇ ਪੰਥ ਸੀ, ਉਹਨਾਂ ਦੀ ਜਿਹੜੀ ਸੋਚ ਸੀ ਨਾ, ਉਹ ਜਦੋਂ ਵਿਚਲ ਗਈ, ਫਿਰ ਪਰਮੇਸ਼ਰ ਨੇ ਜਾਣਿਆ ਵੀ ਨਹੀਂ ਇਹ ਸਾਰਾ ਕੁਝ ਹੁਣ ਇਹ ਠੀਕ ਨਹੀਂ ਚੱਲ ਰਿਹਾ ਸ੍ਰਿਸ਼ਟੀ ਦੇ ਉੱਤੇ, ਇਹ ਕਿਸ ਪਾਸੇ ਨੂੰ ਸੰਸਾਰ ਤੁਰ ਪਿਆ, ਕਿਹੜੇ ਪਾਸੇ ਨੂੰ ਖੇਡ ਚੱਲ ਪਈ ਹੈ।
ਜਾਂ ਐਂ ਕਹਿ ਲਓ ਵੀ ਉਹਨਾਂ ਨੇ ਆਪਣੀ ਪੂਜਾ ਪ੍ਰਤਿਸ਼ਠਾ ਕਰਾ ਕੇ ਆਪਣੀ ਜਿਹੜਾ ਧਨ ਸੀ ਲੋਕਾਂ ਦਾ, ਮਿਹਨਤ ਮਸ਼ੱਕਤ ਦਾ, ਉਹਨੂੰ ਇਕੱਠਿਆਂ ਕਰ ਕਰਕੇ ਆਪਣੇ ਕੋਲ ਰੱਖ ਕੇ ਸੋ ਆਪਣੇ ਤਾਂ ਘਰ ਭਰ ਲੈਣਾ ਕੀਤੇ, ਗਰੀਬਾਂ ਦੇ ਕੋਲੋਂ ਉਹਨਾਂ ਨੂੰ ਲੁੱਟ ਪੁੱਟ ਕੇ ਆਪਣੀਆਂ ਜਾਇਦਾਦਾਂ ਬਚਾ ਲਈਆਂ, ਬਣਾ ਲੈਣਾ ਕੀਤੀਆਂ। ਸੋ ਧਰਮ ਦੀ ਗੱਲ ਉਹਨਾਂ ਦੇ ਕੋਲੋਂ ਹੋਣੀ ਸੀ, ਉਹ ਵੀ ਮਾਇਆ ਦੇ ਲਾਲਚ ਹੀ ਹੋ ਗਿਆ। ਸਾਰਾ ਕੁਛ ਜਾਣੀ ਕਿ ਜਿਹੜੇ ਧਰਮੀ ਮਨੁੱਖ ਬਣ ਕੇ ਆਏ ਸੀ ਉਹ ਸਾਰਾ ਕੁਝ ਹੀ ਵਿਚਲ ਗਿਆ। ਮਾਇਆ ਮੋਹੇ ਸਭਨ ਕੋ ਸ਼ਰਿਓ, ਅਤੇ ਮਾਇਆ ਦੇ ਮੋਹ ਨੇ ਸਾਰੇ, ਕੀ ਫਕੀਰ ਕੀ ਅਮੀਰ, ਕੋਈ ਗਰੀਬ ਕੋਈ ਬਾਦਸ਼ਾਹ ਕੋਈ ਰਾਜਾ ਬਚਿਆ ਨਾ, ਸਭ ਨੂੰ ਛਾਲਿਆ ਸੀ। ਧਰਮ ਹਾਰ ਨਿਜ ਕੁਲ ਚਾਹੇ ਭਰਿਓ, ਅਤੇ ਧਰਮ ਜਿਹੜਾ ਸੀ ਉਹਨੂੰ ਹਾਰ ਕੇ ਛੱਡ ਕੇ ਅਤੇ ਆਪਣੀ ਧਰਮ ਦੇ ਜਿਹੜੇ ਕਾਰਜ ਸੀ ਉਹਨਾਂ ਪਾਸੋਂ ਹਾਰ ਗਏ ਇਹ ਲੋਕ, ਜਿਨ੍ਹਾਂ ਨੇ ਜਿਹੜੇ ਧਰਮੀ ਬਣੇ ਸੀ, ਜਿਨ੍ਹਾਂ ਧਰਮ ਦੇ ਲਿਬਾਸ ਧਾਰੇ ਸੀ। ਆਪੋ ਆਪਣੀਆਂ ਕੁਲਾਂ ਨੂੰ ਭਰਨ ਲੱਗ ਪਏ, ਡੇਰੇ ਬਣਾ ਲਏ, ਆਪੋ ਆਪਣੀਆਂ ਜ਼ਮੀਨਾਂ ਬਣਾ ਲਈਆਂ। ਸੋ ਆਪਣੀਆਂ ਕੁਲਾਂ ਵਾਸਤੇ ਲੋਕਾਂ ਨੂੰ ਤਾਂ ਕਹਿਣਾ ਵੀ ਨਹੀਂ, ਇਹ ਮਾਇਆ ਮੋਹ ਮਮਤਾ ਇਹਦੇ ਨਾਲ ਲੋਭ ਨਹੀਂ ਕਰਨਾ। ਸੋ ਆਪਣੇ ਧੀਆਂ ਪੁੱਤਰਾਂ ਵਾਸਤੇ ਸਾਰਾ ਕੁਝ ਹੀ ਬਣਾ ਲਿਆ। ਬੜਾ ਖੋਲ੍ਹ ਕਰਕੇ ਭਾਈ ਸਾਹਿਬ ਜੀ ਨੇ ਦੱਸਣਾ ਕੀਤਾ ਹੈ ਅੰਗਰੇਜ਼ ਕੈਪਟਨ ਮਰੇ ਨੂੰ। ਫਿਰ ਇੱਕ ਪਾਵਨ ਗੁਰਬਾਣੀ ਦਾ ਸ਼ਬਦ ਹੈ, ਉਹ ਹਾਲਾਤ ਬਿਆਨ ਕਰਦਾ ਸੀ ਉਸ ਵਕਤ ਦਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਦਾ। ਸੋ ਭਾਈ ਸਾਹਿਬ ਕਹਿੰਦੇ ਉਹ ਮੈਂ ਪਾਵਨ ਗੁਰਬਾਣੀ ਦਾ ਸ਼ਬਦ ਉਹਨੂੰ ਉਚਾਰਨ ਕਰਕੇ ਫਿਰ ਮੈਂ ਦੱਸਣਾ ਕੀਤਾ ਕੈਪਟਨ ਮਰੇ ਨੂੰ ਉਸ ਵਕਤ ਦਸ਼ਾ ਕੀ ਸੀ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਕਹਿਣ ਲੱਗੇ ਕੈਪਟਨ ਸਾਹਿਬ ਉਦੋਂ ਇਹ ਦਸ਼ਾ ਸੀ, ਕਲਯੁਗ ਦਾ ਐਸਾ ਭਿਆਨਕ ਸਮਾਂ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਧਾਰਨ ਕਰਨ ਤੋਂ ਪਹਿਲਾਂ ਕਲਯੁਗ ਦੇ ਸਮੇਂ ਵਿੱਚ ਜਿਹੜੇ ਰਾਜੇ ਸਨ ਉਹ ਕਸਾਈ ਬਣ ਗਏ। ਧਰਮ ਪੰਖ ਕਰ ਉੱਡਰਿਆ, ਜਿਹੜਾ ਧਰਮ ਸੀ ਨਾ ਉਹ ਤਾਂ ਖੰਭ ਲਾ ਕੇ ਕਿਤੇ ਦੂਰ ਹੀ ਉੱਡ ਗਿਆ। ਸੋ ਰਾਜੇ ਐਸੇ ਕਸਾਈ ਬਣੇ ਕਲਯੁਗ ਦੇ ਵਿੱਚ, ਜਿਵੇਂ ਛੁਰੀਆਂ ਲੈ ਕੇ ਬੁੱਚੜਖਾਨਿਆਂ ਦੇ ਵਿੱਚ ਗਊਆਂ ਸੋ ਵੱਢੀਆਂ ਜਾਂਦੀਆਂ ਨੇ, ਹਲਾਲ ਕੀਤੀਆਂ ਜਾਂਦੀਆਂ ਨੇ, ਜ਼ਿਬਾ ਕੀਤੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਉਹ ਹਾਕਮ ਸੀ, ਉਹਨਾਂ ਦੀ ਛੁਰੀ ਵਾਂਗ ਤਾਕਤ ਚੱਲਦੀ ਸੀ। ਸੋ ਲੋਕਾਂ ਕੋਲੋਂ ਧਨ ਲੈ ਲੈਣਾ, ਲੋਕਾਂ 'ਤੇ ਅਤਿਆਚਾਰ ਕਰਨੇ, ਸੋ ਬੇਪਤੀਆਂ ਕਰਨੀਆਂ। ਸੋ ਇਹੋ ਜਿਹਾ ਖੋਟਾ ਕਰਮ ਉਦੋਂ ਚੱਲ ਪਿਆ ਸੀ ਵੀ ਕਿਸੇ ਗਰੀਬ ਨੂੰ ਲੁੱਟ ਖੁੱਟ ਲੈਣਾ, ਉਹਦੀ ਸੁਣਵਾਈ ਕਿਤੇ ਨਾ ਹੋਣੀ। ਧਰਮ ਜਿਹੜੇ ਸੀ ਨਾ, ਜਿਹੜੇ ਕੰਮ ਕਰਨਾ ਧਰਮ ਸੀ। ਸੋ ਜਿਵੇਂ ਕਿਸਾਨੀ ਧਰਮ ਹੁੰਦਾ ਹੈ, ਅਫਸਰਸ਼ਾਹੀ ਵੀ ਧਰਮ ਹੁੰਦਾ ਹੈ ਵੀ ਕੁਰਸੀ 'ਤੇ ਬਹਿ ਕੇ ਨਿਆਂ ਕਰਨਾ, ਰਾਜਿਆਂ ਦੇ ਕੋਲ ਵੀ ਧਰਮ ਹੁੰਦਾ ਹੈ ਵੀ ਨਿਆਂ ਕਰਨੇ, ਪਰ ਉਹ ਪੱਖਪਾਤ ਕਰਨ ਲੱਗ ਪਏ। ਉਹ ਧਰਮ ਸੀ ਜਿਹੜੇ ਉਹਦਾ ਖੰਭ ਲਾ ਕੇ ਦੂਰ ਹੀ ਉੱਡ ਗਏ, ਸਿਰਫ ਮੋਹ ਮਾਇਆ ਦਾ ਹੀ ਲਾਲਚ ਰਹਿ ਗਿਆ। ਕੂੜ ਅਮਾਵਸ ਸੱਚ ਚੰਦਰਮਾ। ਸੋ ਜਿਹੜਾ ਕੂੜ ਸੀ, ਝੂਠ ਪਾਪ, ਉਹ ਤਾਂ ਮੱਸਿਆ ਦੀ ਰਾਤ ਵਾਂਗੂ ਚਾਰ 'ਚ ਫਿਰ ਐਂ ਕਾਲਾ ਸ਼ਾਹ ਬਣ ਕਰਕੇ ਪਸਰ ਗਿਆ। ਕੋਈ ਸੱਚ ਚੰਦਰਮਾ, ਜਿਹੜਾ ਸੱਚ ਚੰਦਰਮਾ ਰੂਪੀ ਸੱਚ ਸੀ ਨਾ, ਉਹ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦਾ। ਐਂ ਜਾਪੇ ਜਿਵੇਂ ਕਿਤੇ ਸੱਚ ਲੁਕ ਹੀ ਗਿਆ ਹੋਵੇ ਕੂੜ ਦੇ ਅੱਗੇ। ਦਿਸੇ ਨਾ ਹੀ ਕਹਿ ਚੜਿਆ, ਜਿਵੇਂ ਕਾਲੀ ਬੋਲੀ ਹਨੇਰੀ ਰਾਤ ਦੇ ਅੱਗੇ ਚੰਦਰਮਾ ਜਿਹੜਾ ਉਹ ਕਿਤੇ ਚੜ੍ਹਿਆ ਹੋਇਆ ਨਜ਼ਰ ਨਹੀਂ ਆਉਂਦਾ, ਛੁਪ ਜਾਂਦਾ ਹੈ। ਇਵੇਂ ਸੱਚ ਸੀ ਜਿਹੜਾ ਇੰਨੇ ਝੂਠ ਅੱਗੇ, ਇੰਨੇ ਕੂੜ ਦੇ ਅੱਗੇ ਛੁਪ ਹੀ ਗਿਆ, ਖਤਮ ਹੀ ਹੋ ਗਈ ਕਹਾਣੀ। ਸੱਚ ਬੋਲਣ ਵਾਲੇ ਲੋਕ ਤਾਂ ਰਹਿ ਹੀ ਨਾ ਗਏ, ਜਾਪੇ ਜਿਵੇਂ ਧਰਤੀ ਹੀ ਪਲਟਣ ਵਾਲੀ ਹੋ ਗਈ। ਸੋ ਜਦੋਂ ਐਡਾ ਪਾਪ ਦਾ ਪਸਾਰਾ ਹੋਇਆ, ਇੰਨਾ ਪਾਪ ਦਾ ਬੋਲਬਾਲਾ ਹੋਇਆ ਨਾ ਕੈਪਟਨ ਮਰੇ ਸਾਹਿਬ, ਉਦੋਂ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੋ ਧਰਤੀ ਦੀ ਪੁਕਾਰ ਨੂੰ ਸੁਣਦਿਆਂ ਹੋਇਆਂ ਗੁਰੂ ਕੀ ਬਾਣੀ ਦੇ ਪਾਵਨ ਸ਼ਬਦ ਨੇ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲੈ ਬੁਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ। ਸੋ ਧਰਤੀ ਨੇ ਵੀ ਵਿਆਕੁਲ ਹੋ ਕੇ ਦੁਨੀਆਦਾਰੀ ਦੇ ਪਾਪਾਂ ਤੋਂ ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਫਰਿਆਦ ਕੀਤੀ ਸੀ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰੀ ਰੱਖਿਆ ਕਰੋ। ਸੋ ਇਵੇਂ ਉਸ ਵਕਤ ਹੋਇਆ ਸੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਜੋਤ ਲੈ ਕਰਕੇ ਸੰਸਾਰ ਨੂੰ ਸਿੱਧੇ ਰਸਤੇ 'ਤੇ ਪਾਉਣ ਲਈ ਆਏ।